magnetic field on the axis of current carrying loop. Examination point of view तो ये long questions ਦੇ ਵਿੱਚ ਆਣਾ ਹੀ ਆਣਾ ਹੁੰਦਾ। ਇਹਦੇ ਵਿੱਚ ਹੈ ਕੀ ਹੈ, ਆ ਸਾਡੇ ਕੋਲ ਲੂਪ ਹੈ ਜਿਹਦੇ ਵਿੱਚੋਂ ਅਸੀਂ ਕਰੰਟ ਪਾਸ ਕੀਤਾ, that is I। ਇਹ ਜਿਹੜਾ ਲੂਪ ਹੈ ਇਹ ਅਸੀਂ YZ plane ਦੇ ਵਿੱਚ ਰੱਖਿਆ ਹੋਇਆ ਹੈ। This loop is placed in YZ plane ਤੇ ਇਹਦੀ ਜਿਹੜੀ ਐਕਸਿਸ ਹੈ ਤੇ ਪਰਪੈਂਡੀਕੂਲਰ ਹੋਊਗੀ ਤਾਂ ਹੀ ਇਹਨੂੰ ਅਸੀਂ x ਐਕਸਿਸ ਕਹਿ ਦਿੰਦੇ ਹਾਂ। YZ plane ਦੇ ਵਿੱਚ ਲੂਪ ਪਿਆ ਵਾ, ਇਹਦੀ ਮੈਗਨੈਟਿਕ ਔਨ ਦਾ ਐਕਸਿਸ ਕੈਲਕੂਲੇਟ ਕਰਨੀ ਹੈ। ਐਕਸਿਸ ਹਮੇਸ਼ਾ ਪਲੇਨ ਦੇ ਪਰਪੈਂਡੀਕੂਲਰ ਹੋ ਤਾਂ ਇਹਦੀ ਜੇ YZ plane ਦੇ ਵਿੱਚ ਪਿਆ ਤਾਂ ਇਹਦੀ ਐਕਸਿਸ ਜਿਹੜੀ ਹੋਊਗੀ that will be x ਐਕਸਿਸ। ਇਹ ਪੁਆਇੰਟ P ਹੈ ਜਿਹੜਾ ਇਹਦੀ ਐਕਸਿਸ ਤੇ ਲਾਈ ਕਰਦਾ at a distance x from the center of the loop। ਠੀਕ ਹੈ, ਫਿਰ ਕੀ ਹੈ, ਜਦੋਂ ਵੀ ਅਸੀਂ ਮੈਗਨੈਟਿਕ ਫੀਲਡ ਕੈਲਕੂਲੇਟ ਕਰਨੀ ਹੈ ਪਹਿਲਾਂ ਅਸੀਂ ਸਮਾਲ ਪੋਰਸ਼ਨ ਮਾਰਕ ਕਰ ਲੈਂਦੇ ਹਾਂ, that is AB, ਜਿਹਦੀ ਕਿ ਲੈਂਥ ਕਿੰਨੀ ਹੈ, that is equal to dl। ਇਸ ਸਮਾਲ ਪੋਰਸ਼ਨ ਦੀ ਮੈਗਨੈਟਿਕ ਫੀਲਡ ਅਸੀਂ ਪੁਆਇੰਟ P ਤੇ ਕੈਲਕੂਲੇਟ ਕਰਦੇ ਹਾਂ ਪਹਿਲਾਂ, ਬਾਅਦ ਅਸੀਂ ਇੰਟੀਗ੍ਰੇਟ ਕਰਦੇ ਹਾਂ ਓਵਰ ਦਾ ਲੂਪ। AB ਕੀ ਹੈ, ਸਮਾਲ ਪੋਰਸ਼ਨ ਆਫ ਦੀ ਲੂਪ ਜਿਹਦੀ ਲੈਂਥ ਕਿੰਨੀ ਹੈ, dl। ਇਸ AB ਦੀ ਮੈਗਨੈਟਿਕ ਫੀਲਡ ਐਟ ਪੁਆਇੰਟ P ਕੀ ਹੈ, that is a dB। ਜੇ ਆਪਾਂ ਲਿਖੀਏ dB ਕੀ ਹੈ, it is a magnetic field at P because of portion, ਕਿਹੜਾ portion है, AB। is the distance from point P, that is R। radius ਜਿਹੜਾ ਅਸੀਂ ਰੱਖਿਆ ਹੋਇਆ ਵਾ ਉਹ ਲੂਪ ਦਾ ਅਸੀਂ ਰੱਖਿਆ ਹੋਇਆ, that is A। ਹੁਣ ਜੇ ਅਸੀਂ ਮੈਗਨੈਟਿਕ ਫੀਲਡ ਲਿਖੀਏ dB, ਵੈਕਟਰ ਦੇ ਵਿੱਚ ਲਿਖਵਾਈ ਸੀ ਤੁਹਾਨੂੰ, it is equal to mu naught upon 4 pi, it is I dl vector cross R vector upon R cube। ਇਹ ਵੈਕਟਰ ਫਾਰਮ ਲਿਖਾਇਆ ਸੀਗਾ। This is the magnetic field because of this portion at point P। ਠੀਕ ਹੈ, ਫਿਰ ਜਿਹੜੀ ਇਹ ਮੈਗਨੈਟਿਕ ਫੀਲਡ ਹੈ ਇਹ ਐਂਗਲ ਥੀਟਾ ਅਗਰ ਅਸੀਂ ਤੇ ਪਰਪੈਂਡੀਕੂਲਰ ਡਰਾ ਕਰ ਲਈਏ ਜਾਂ ਅਸੀਂ ਇਹਨਾਂ ਦੋਨਾਂ ਦੇ ਵਿੱਚ ਅਗਰ ਅਸੀਂ ਐਂਗਲ ਕਹਿ ਦਈਏ, this angle is theta, ਤਾਂ ਆ ਮੈਗਨੈਟਿਕ ਫੀਲਡ ਤੇ ਅਗਰ ਅਸੀਂ ਆ ਲਾਈਨ ਦੇ ਪਰਪੈਂਡੀਕੂਲਰ ਡਰਾ ਕਰ ਲਈਏ, this angle is also theta। ਰੀਜ਼ਨ ਕੀ ਹੈ, angle between two lines is equal to angle between their perpendiculars। ਆ ਲਾਈਨ ਹੈ, ਇਹ ਲਾਈਨ ਦਾ ਪਰਪੈਂਡੀਕੂਲਰ ਮੈਗਨੈਟਿਕ ਫੀਲਡ ਹੈ, ਆ ਲਾਈਨ ਹੈ, ਇਹ ਲਾਈਨ ਦਾ ਪਰਪੈਂਡੀਕੂਲਰ ਆ ਪਿਆ, ਇਸ ਕਰਕੇ ਜਿੰਨਾ ਐਂਗਲ ਇੱਥੇ ਬਣੂਗਾ ਉਨਾ ਹੀ ਐਂਗਲ ਇੱਥੇ ਬਣੂਗਾ। ਆ ਦੋਨੇ ਚੀਜ਼ਾਂ ਕੀ ਰਿਪਰੈਜ਼ੈਂਟ ਕਰ ਰਹੀਆਂ ਨੇ, ਆਹ ਵੈਕਟਰ ਜਦ ਅਗਰ A ਵੈਕਟਰ is equal to B ਵੈਕਟਰ cross C ਵੈਕਟਰ ਹੋਵੇ ਤਾਂ ਤਿੰਨੇ ਹੀ ਵੈਕਟਰ ਪਰਪੈਂਡੀਕੂਲਰ ਹੁੰਦੇ ਆ, all the vectors are perpendicular। ਇਸ ਕਰਕੇ ਇੱਥੇ ਤੁਹਾਡੀਆਂ ਬੁੱਕਸ ਜਿਹੜੀਆਂ ਨੇ ਅਪਰੋਕਸੀਮੇਟਲੀ ਜਿਹੜੀ ਆ ਉਹ 90 ਡਿਗਰੀ ਲਿਖ ਦਿੰਦੀਆਂ ਨੇ। ਤੇ ਜੇ ਆਪਾਂ ਸਮਾਲ ਪੋਰਸ਼ਨ ਦੀ ਗੱਲ ਕਰੀਏ ਤਾਂ dB that is equal to mu naught upon 4 pi, ਇਹ ਆ ਜਾਊਗਾ I dl sin theta ਮੈਗਨੀਟਿਊਡ ਦੇ ਵਿੱਚ ਡਿਵਾਈਡ ਬਾਈ r ਸਕੁਅਰ। ਤਾਂ ਅਸੀਂ ਲਿਖ ਸਕਦੇ ਹਾਂ ਜੇ ਥੀਟਾ 90 ਹੈ, it is mu naught upon 4 pi I dl sin 90 upon r square। ਤਾਂ ਅਸੀਂ ਲਿਖ ਸਕਦੇ ਹਾਂ dB it is equal to mu naught upon 4 pi it is I dl upon r square। ਇਹ ਮੈਗਨੀਟਿਊਡ ਆ ਗਿਆ at point P because of this small portion। ਹੁਣ ਅਗਰ ਸਾਡੇ ਕੋਲੇ ਆਹ ਵੈਕਟਰ ਹੈ, ਇਹਨੂੰ ਅਸੀਂ ਰਿਜ਼ੋਲਵ ਕਰ ਸਕਦੇ ਹਾਂ। ਇਹਦੇ ਵੀ ਦੋ ਕੰਪੋਨੈਂਟ ਹੋਣਗੇ, ਇੱਧਰ ਆ ਜਾਊਗਾ dB cos θ ਤੇ ਇਹਦੇ ਪਰਪੈਂਡੀਕੂਲਰ ਜਿਹੜਾ ਆ ਜਾਊਗਾ that is equal to dB sin θ। ਜਿਸ ਸਾਈਡ ਐਂਗਲ ਬਣਦਾ ਹੋਵੇ ਉਧਰ cos ਕੰਪੋਨੈਂਟ ਹੁੰਦਾ ਤੇ ਪਰਪੈਂਡੀਕੂਲਰ ਜਿਹੜਾ ਹੁੰਦਾ that is sin ਕੰਪੋਨੈਂਟ। ਹੁਣ ਹੁੰਦਾ ਕੀ ਹੈ ਇਹਦੇ ਵਿੱਚ, ਅਗਰ ਅਸੀਂ ਇੱਕ ਸਮਾਲ ਪੋਰਸ਼ਨ ਇੱਥੇ ਹੋਰ ਰੱਖ ਲਈਏ a' b',
सिर्फ साइन की ही कंट्रीब्यूशन रहती है, कॉस की कंट्रीब्यूशन रहती नहीं। रीजन की है, अगर असं एक कंपोनेंट होर रख लीए ए डैश बी डैश, एदी मैग्नेटिक फील्ड असं मार्क कर लीए डी बी डैश, इट इज डी बी डैश। अगेन असं इत्थे किते आ एंगल कर लीए थीटा डैश, आ भी तुहाडे कोले बन जाऊगा थीटा डैश। तो इधर जिहड़ा बन जाऊगा दिस इज रेजोल्यूशन दे विच डी बी डैश डैश कॉस थीटा, इधर परपेंडिकुलर जिहड़ा आ जाऊगा इट इज डी बी डैश साइन थीटा बन जू। आ जिहड़ा कॉस कंपोनेंट है हर पॉइंट पे कैंसिल हो रहा है, कॉस कंपोनेंट गेट्स कैंसल एट ऑल द पॉइंट्स, ते डीबी साइन थीटा इधर हमेशा ऐड ही होई जा रहा है। इट मींस जे असि मैग्नेटिक फील्ड इस करंट कैरिंग कंडक्टर दी इस पॉइंट ते सारे दी कैलकुलेट करनी है, तो वो इंटीग्रेशन किहदा आ जाऊगा डीबी साइन थीटा दा आ जाऊगा। जे मैं हुण लिखा कॉस कंपोनेंट दा तुहाडे कोल हो गया कैंसल, तो मैग्नेटिक फील्ड जिहड़ी एक्सिस ते तुहाडे कोले बच गई, ਅਸੀਂ लिख सकते हैं dbx, ਕਿਹੜੀ ਬਚ ਗਈ, इट इज dbx, ਉਹ ਕੀ ਬਣ ਗਈ, that is equal to db sin theta। x एक्सिस वाल ਕਿਹੜਾ ਕੰਪੋਨੈਂਟ ਬਚ ਗਿਆ, db sin theta। ਹੁਣ ਜੇ ਸਾਰੇ ਕੰਪੋਨੈਂਟ ਅਸੀਂ ਕਵਰ ਕਰਨੇ, ਅਸੀਂ ਇੰਟੀਗ੍ਰੇਟ ਕਰ ਦਾਂਗੇ। टोटल मैग्नेटिक फील्ड इंटीग्रेशन, इंटीग्रेशन ओवर द लूप, लूप का मतलब की है दिस जिन्ने भी कंपोनेंट साइन थीटा के इधर आएंगे सारे की हो जाएंगे, ऐड हो जाएंगे। इंटीग्रेशन का मतलब एडिशन ही है। इस करके जे मैं मैग्नेटिक फील्ड ऑन एक्स एक्सिस वाल कैलकुलेट करनी है, तो मैं लिखूंगा इट इज म्यू नॉट अपॉन 4 पाई डीबी की जी वैल्यू आप कैलकुलेट की है आई डी एल अपॉन आर स्क्वायर इंटू कितना आ जाएगा, इट इज साइन थीटा। डीबी का आप कैलकुलेट कर लिया। हुण जे मैं साइन थीटा की वैल्यू कैलकुलेट करा इन ट्राइंगल OCP, जे मैं साइन थीटा की वैल्यू कैलकुलेट करा, व्हाट इज द वैल्यू ऑफ साइन थीटा, it is perpendicular by hypotenuse, that is equal to a upon r। ਅਸੀਂ ਨੂੰ ਲਿਖ ਸਕਦੇ ਹਾਂ it is a upon r। ਤੇ ਜੇ ਅਸੀਂ ਇਹਨੂੰ ਵੈਲਿਊ ਨੂੰ ਲਿਖੀਏ ਤਾਂ ਤੁਹਾਡੇ ਕੋਲ ਜਿਹੜਾ ਆਨਸਰ ਆ ਜਾਂਦਾ dx, it is equal to mu naught upon 4 pi, it is I upon a, I into dl साइन थीटा की जी वैल्यू आ जाएगी, दैट इज इक्वल टू a अपॉन r इंटीग्रेशन ओवर द लूप, इथे r सी अपॉन r स्क्वायर। तो ਅਸੀਂ लिख सकते हैं bx इंटीग्रेशन ओवर द लूप, इट इज म्यू नॉट अपॉन 4 पाई I into a into dl अपॉन कितना आ जाएगा, दैट इज इक्वल टू r क्यूब। ਹੁਣ ਬਾਕੀ ਸਾਰਾ ਕੁਝ ਜਿਹੜਾ ਕਾਂਸਟੈਂਟ ਹੈ ਉਹ ਬਾਹਰ ਰੱਖ ਲਓ, ਤਾਂ ਤੁਹਾਡੇ ਕੋਲੇ ਆਨਸਰ ਆ ਜਾਊਗਾ bx, it is mu naught upon 4 pi, it is I into a upon ਆ ਜਾਊਗਾ, it is r cube। ਤੇ ਵੇਰੀਏਸ਼ਨ ਕਿਹਦੇ ਵਿੱਚ ਆ, ਸਿਰਫ ਲੈਂਥ ਦੇ ਵਿੱਚ ਆ, ਇੰਟੀਗ੍ਰੇਸ਼ਨ ਓਵਰ ਦਾ ਲੂਪ ਇਨਟੂ dl। ਤੇ ਜੇ ਆਪਾਂ dl ਦਾ ਇੰਟੀਗ੍ਰੇਸ਼ਨ ਕਰਦੇ ਆ ਤਾਂ ਤੁਹਾਡੇ ਕੋਲ ਜਿਹੜਾ ਆਨਸਰ ਆ ਜਾਊਗਾ, ਇਟ ਇਜ਼ mu naught upon 4 pi I into a, ਇਹ ਆ ਜਾਊਗਾ ਸਰਕਮਫਰੈਂਸ 2 pi a upon r cube, ਸਰਕਮਫਰੈਂਸ ਆਫ ਦੀ ਸਰਕਲ। ਤੇ ਜੇ ਹੁਣ ਆਪਾਂ ਇੱਥੇ ਕੈਲਕੂਲੇਟ ਕਰੀਏ ਤਾਂ ਤੁਹਾਡੇ ਕੋਲ ਜਿਹੜਾ ਆਨਸਰ ਆ ਰਿਹਾ, ਇਟ ਇਜ਼ bx is equal to mu naught upon 4 pi 2 pi I into a square upon आ जाऊगा r cube। और जे आप पाइथागोरस की गल करिए, पाइथागोरस आप लिख सकते हैं r square is equal to a square या x square plus a square, hypotenuse का square is equal to base square plus perpendicular square। जे r की वैल्यू कैलकुलेट करिए, इट इज x स्क्वायर प्लस a स्क्वायर की पावर आ जाएगी 1/2। जे आप क्यूब कैलकुलेट करना r क्यूब,
तो ਇਹਦੀ वैल्यू आ जाएगी x स्क्वायर प्लस a स्क्वायर की पावर आ जाएगी इट इज 3/2। तो हुण ਤੁਹਾਡੇ ਕੋਲ ਜਿਹੜੀ ਮੈਗਨੈਟਿਕ ਫੀਲਡ ਆ ਗਈ ਇਹ ਆ ਗਈ μ नॉट अपॉन 4 पाई 2 पाई I into a स्क्वायर अपॉन x स्क्वायर प्लस a स्क्वायर की पावर ਜਿਹੜੀ ਆ ਜਾਊਗੀ 3/2। ਇਹ ਮੈਗਨੈਟਿਕ फील्ड आ गई ऑन द एक्सिस ऑफ द लूप। जे इनू ही ਅਸੀਂ सेंटर ਤੇ ਲੈ ਕੇ ਜਾਣਾ ਹੋਵੇ ਆ ਪੁਆਇੰਟ ਅਸੀਂ सेंटर ਤੇ ਲੈ ਗਏ ਇੱਥੇ ਤਾਂ ਫਿਰ ਕੀ ਆਊਗਾ ਦੇਖ ਲਓ ਮੈਗਨੈਟਿਕ ਫੀਲਡ ਐਟ ਦਾ ਸੈਂਟਰ ਆਫ ਦੀ ਲੂਪ ਜੇ ਆਪਾਂ ਐਟ ਸੈਂਟਰ ਕਰ ਦਈਏ ਤਾਂ ਉੱਥੇ x ਦੀ ਵੈਲਿਊ ਜਿਹੜੀ ਹੈ ਉਹ 0 ਆ ਜਾਊ। ਜੇ ਆਪਾਂ x 0 ਕਰ ਦਈਏ ਇਹਨੂੰ ਆਪਾਂ ਲਿਖ ਦੇਣਾ v नॉट सेंटर it is mu naught upon 4 pi it is 2 pi I into a square upon 0 square plus a square की पावर ਜਿਹੜੀ ਆ ਜੂਗੀ it is 3/2। ਤਾਂ v naught ਜਿਹੜਾ ਤੁਹਾਡੇ ਕੋਲੇ ਆ ਗਿਆ mu naught upon 4 pi 2 pi I into a square a स्क्वायर की पावर आ जाएगी 3/2 का कैंसिल हो जाओ b नॉट इज इक्वल टू म्यू नॉट अपॉन 4 पाई 2 पाई I into a स्क्वायर अपॉन a क्यूब। जब आप कैंसिल कर दिए तो म्यू नॉट b नॉट जो म्यू नॉट अपॉन 4 पाई 2 पाई I अपॉन a इन नाल कंबाइन करके ये लॉन्ग क्वेश्चन दे विच ले जांदे हैं। ठीक है, इट्स वेरी वेरी इंपॉर्टेंट। जे तक मैं मैग्नेटिक फील्ड ऑन द एक्सिस फिर तो आ गया ਇਹਦਾ पोर्शन आ जाए मैग्नेटिक फील्ड एट द सेंटर। ठीक है, तो फिर तुसी x की वैल्यू ਜਿਹੜੀ है वो 0 पुट कर देनी है तो ਤੁਹਾਡੇ ਕੋਲ ਇਹ आंसर आ जाऊगा। ਜੇ ਇਹਦੇ ਨਾਲ ਦਾ ਕੁਐਸਚਨ ਤੁਹਾਨੂੰ ਇੱਕ ਹੋਰ ਆ ਜਾਵੇ ਕੈਲਕੂਲੇਟ ਦਾ ਮੈਗਨੈਟਿਕ ਫੀਲਡ ਐਟ ਦਾ ਸੈਂਟਰ ਆਫ ਦੀ ਲੂਪ ਕੱਲਾ ਸਿਰਫ ਸੈਂਟਰ ਤੇ ਕਹਿ ਦੇਵੇ ਸੈਂਟਰ ਆਫ ਦਾ ਕਰੰਟ ਕੈਰਿੰਗ ਲੂਪ ਮੈਗਨੈਟਿਕ ਫੀਲਡ ਐਟ ਦੀ ਸੈਂਟਰ ਆਫ ਕਰੰਟ ਕੈਰਿੰਗ ਲੂਪ सेंटर ऑफ करंट कैरिंग लूप जे कला ए आ जाए फिर सिर्फ ਤੁਹਾਨੂੰ ਇਹ 3 ਮਾਰਕਸ ਦੇ ਵਿੱਚ ਬਣਦਾ ਵਾ। ਤਾਂ ਉਹਨੂੰ ਅਗਰ ਅਸੀਂ ਕੈਲਕੂਲੇਟ ਕਰਨਾ ਹੋਵੇ ਉਹਨੂੰ ਵੀ ਅਸੀਂ ਇਸ ਤਰ੍ਹਾਂ ਕੈਲਕੂਲੇਟ ਕਰਦੇ ਆ। ਕਿਵੇਂ ਕੈਲਕੂਲੇਟ ਕਰਦੇ ਆ ਆ ਤੁਹਾਡੇ ਕੋਲ ਜਿਹੜਾ ਵਾ ਸਰਕੂਲਰ ਲੂਪ ਹੈ ਜਿਹਦੇ ਵਿੱਚੋਂ ਕਰੰਟ ਅਸੀਂ I ਪਾਸ ਕਰਦੇ ਹਾਂ। ਇਹੀ ਕਰੰਟ ਜਿਹੜਾ ਵਿੱਚੋਂ ਬਾਹਰ ਆ ਜਾਂਦਾ। ਦਿਸ ਪੁਆਇੰਟ ਇਜ਼ O ਜਿੱਥੇ ਅਸੀਂ ਮੈਗਨੈਟਿਕ ਫੀਲਡ ਕੈਲਕੂਲੇਟ ਕਰਨੀ ਹੈ। ਫਿਰ ਅਸੀਂ ਇਹਦਾ ਜਿਹੜਾ ਰੇਡੀਅਸ ਰੱਖਦੇ ਹਾਂ ਦੈਟ ਇਜ਼ A is the radius of the loop। फिर ਅਸੀਂ ਇਹਦਾ स्मॉल पोर्शन रखते हैं दैट इज AB ਜਿਹਦੀ ਕਿ ਲੈਂਥ ਹੈਗੀ ਹੈ DL। ਇਸ ਪੁਆਇੰਟ ਦਾ ਜਿਹੜਾ ਯੂਨਿਟ ਵੈਕਟਰ ਅਸੀਂ ਰੱਖਦੇ ਹਾਂ दैट इज R ਯੂਨਿਟ ਵੈਕਟਰ। ਪਹਿਲਾਂ ਅਸੀਂ ਕਰਦੇ ਹਾਂ ਇਸ स्मॉल पोर्शन ਦੀ ਮੈਗਨੈਟਿਕ ਫੀਲਡ ਐਟ ਪੁਆਇੰਟ O ਕੈਲਕੂਲੇਟ ਕਰਦੇ ਹਾਂ। ਦੇਖੋ DB ਇਹ ਕੀ ਹੈ ਮੈਗਨੈਟਿਕ ਫੀਲਡ at P at O because of AB। तो ਅਸੀਂ ਲਿਖਦੇ ਹਾਂ DB that is equal to mu naught upon 4 pi I dl vector cross R unit vector divided by A square। ਇਧਰਲੀ ਜਿਹੜਾ ਵੈਕਟਰ ਰੱਖਿਆ ਸੀ R unit vector ਰੱਖਿਆ, ਜਿਹੜਾ ਡਿਸਟੈਂਸ ਰੱਖਿਆ that is A। ਤਾਂ ਇੱਥੇ ਵੈਕਟਰ ਜ਼ਰੂਰ ਪਾਉਣਾ। ਜੇ ਆਪਾਂ ਮੈਗਨੀਟਿਊਡ ਦੀ ਗੱਲ ਕਰੀਏ ਇਟ ਇਜ਼ ਇਕੁਅਲ ਟੂ mu naught upon 4 pi it is I dl sin theta upon A square।
ਹੁਣ ਆਈਡੀਅਲ ਵੈਕਟਰ ਦੇ ਇਹਦੇ ਆਰੀਅੰਟ ਵੈਕਟਰ ਦੇ ਵਿੱਚ ਜਿਹੜਾ ਐਂਗਲ ਬਣ ਜਾਂਦਾ ਦੈਟ ਇਜ਼ ਇਕੁਅਲ ਟੂ 90 ਡਿਗਰੀ। ਤਾਂ ਅਸੀਂ ਲਿਖਦੇ ਹਾਂ dB it is equal to mu naught upon 4 pi IDL sin 90 upon a square। sin 90 ਹੈਗਾ 1 ਤਾਂ dB ਜਿਹੜਾ ਆ ਜਾਊਗਾ it is mu naught upon 4 pi it is IDL upon a square। ਤੇ ਜੇ ਆਪਾਂ ਟੋਟਲ ਮੈਗਨੈਟਿਕ ਫੀਲਡ ਕਰਨੀ ਹੈ ਇੰਟੀਗ੍ਰੇਸ਼ਨ ਕਰ ਲਓ ਓਵਰ ਦਾ ਲੂਪ तो थोड़े को जो आंसर आ जाएगा बी म्यू नॉट अपॉन 4 पाई आई अपॉन ए स्क्वायर इज कांस्टेंट इंटीग्रेशन ऑफ dl ओवर द लूप। जे आप लूप से इंटीग्रेशन कर देंगे इट इज म्यू नॉट अपॉन 4 पाई इट इज आई अपॉन ए स्क्वायर। स्मॉल पोर्शन हम कर दोगे इंटीग्रेशन तो थोड़े को आ जाएगा सर्कमफ्रेंस 2 पाई a एक a ਦੇ ਨਾਲ a कैंसिल कर लो ये अगर इट इज म्यू नॉट अपॉन 4 पाई 2 पाई इनटू i अपॉन a। जे n नंबर ऑफ टर्न्स हो जाए ਤਾਂ ਇਹੀ ਮੈਗਨੈਟਿਕ ਫੀਲਡ ਉਨੀ ਹੀ ਇਨਕਰੀਜ਼ ਕਰ ਜਾਂਦੀ ਹੈ 2 ਪਾਈ n ਇਨਟੂ i अपॉन a। ਇਟਸ ਵੈਰੀ ਇੰਪੋਰਟੈਂਟ। ਜੇ ਤਾਂ ਇਹ ਕੁਐਸਚਨ ਆਵੇ ਫਿਰ ਤਾਂ 3 ਮਾਰਕਸ ਦੇ ਵਿੱਚ ਆਊ, जे दूसरा आवे फिर 5 मार्क्स ਦੇ ਵਿੱਚ ਆਉ। ਜੇ ਡਾਇਰੈਕਸ਼ਨ ਕੱਢਣੀ ਹੋਵੇਗੀ ਮੈਂ ਤੁਹਾਨੂੰ ਦੱਸਿਆ ਹੋਇਆ ਇਹਨੂੰ ਅਸੀਂ ਐਂਡ ਰੂਲ ਦੇ ਨਾਲ ਕੈਲਕੂਲੇਟ ਕਰਦੇ ਹਾਂ। ਜਿਸ ਐਂਡ ਰੂਲ ਇਹ ਦਾ ਸਾਊਥ ਪੋਲ ਬਣ ਜਾਂਦਾ, ਚਾਹੇ ਰਾਈਟ ਹੈਂਡ ਥੰਬ ਰੂਲ ਕਰ ਲਓ। ਜੇ ਰਾਈਟ ਹੈਂਡ ਥੰਬ ਰੂਲ ਕਰੋਗੇ ਇਹ डायरेक्शन ऑफ करंट है ਤਾਂ ਕਰਨਿੰਗ ऑफ फिंगर्स विल गिव द डायरेक्शन ऑफ मैग्नेटिक फील्ड। ਤਾਂ ਇਸ ਤਰ੍ਹਾਂ ਆ ਜੂਗੀ। ਇਹਦਾ ਮਤਲਬ ਕੀ ਹੈ ਇਹਦੇ ਇਨਵਰਡ ਆ ਜੂ, ਇਹਨੂੰ ਅਸੀਂ ਇਨਵਰਡ ਕਹਿੰਦੇ इनवर्ड। वैसे भी सानू पता मैग्नेटिक फील्ड लाइंस ਜਿਹੜੀਆਂ ਨੇ ਉਹ ਨਾਰਥ ਤੋਂ ਬਾਹਰ ਨਿਕਲਦੀਆਂ ਨੇ ਤੇ ਸਾਊਥ ਦੇ ਵਿੱਚ ਐਂਟਰ ਕਰਦੀਆਂ ਨੇ। ਇਸ ਕਰਕੇ ਮੈਗਨੈਟਿਕ ਫੀਲਡ ਇੱਥੇ ਜਿਹੜੀ ਆ ਉਹ ਇਨਵਰਡ ਆਉ, ਇਨਵਰਡ। ਠੀਕ ਹੈ, ਜਿੱਥੇ ਮਰਜ਼ੀ ਲਗਾ ਕੇ ਦੇਖ ਲਓ ਇਨਵਰਡ ਹੀ ਰਹਿਣੀ। ਠੀਕ ਹੈ, ਅੱਜ ਦਾ ਤੁਸੀਂ ਇੰਨਾ ਹੀ ਕਰਨਾ, ਬਾਕੀ ਫਿਰ ਸੇ